ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਕੈਨੇਡਾ ਦਾ ਇਮੀਗ੍ਰੇਸ਼ਨ ਸੰਬੰਧੀ ਸਾਡਾ ਖਾਸ ਪ੍ਰੋਗਰਾਮ ਦ ਇਮੀਗ੍ਰੇਸ਼ਨ ਸ਼ੋ। 2020 ਸਾਲ ਨੇ ਜਿੱਥੇ ਵਰਲਡ ਵਾਈਡ ਕਰੋਨਾ ਵਾਇਰਸ ਕਰਕੇ ਕਈ ਇੰਡਸਟਰੀਜ਼ ਨੂੰ ਹਿੱਟ ਕੀਤਾ ਹੈ, ਉੱਥੇ ਕੈਨੇਡੀਅਨ ਇਮੀਗ੍ਰੇਸ਼ਨ ਵੀ ਇਹਦੇ ਤੋਂ ਬਚੀ ਨਹੀਂ ਰਹੀ। ਜੇ ਅਸੀਂ ਗੱਲ ਕਰੀਏ 2020 ਸਾਲ ਦੀ ਤਾਂ ਕਾਫੀ ਕਨਫਿਊਜ਼ਨਸ ਰਹੀਆਂ ਕਿ ਕਿਸ ਨੂੰ ਆਉਣਾ ਚਾਹੀਦਾ ਹੈ, ਕਿਸ ਨੂੰ ਪਰਮਿਸ਼ਨ ਮਿਲੇਗੀ ਤੇ ਫੈਡਰਲ ਗਵਰਨਮੈਂਟ ਵੀ ਟਾਈਮ ਟੂ ਟਾਈਮ ਜਿਹੜੀ ਹੈ ਪਾਲਿਸੀ 'ਚ ਟੈਂਪਰੇਰੀ ਚੇਂਜਸ ਕਰਦੀ ਰਹੀ ਹੈ। ਇਹ ਹਾਲਾਤ ਹੋ ਗਏ ਸੀ ਕਿ ਮੰਨਿਆ ਜਾ ਰਿਹਾ ਸੀ ਕਿ 2021 ਦੀ ਸ਼ੁਰੂਆਤ ਜਿਹੜੀ ਹੈ ਥੋੜੀ ਸੁਖਾਲੀ ਹੋਏਗੀ, ਪਰ ਹੁਣ ਲੱਗ ਰਿਹਾ ਹੈ ਕਿ ਵੈਕਸੀਨੇਸ਼ਨ ਹੋਣ ਤੱਕ ਅਜੇ ਵੀ ਹਾਲਾਤ ਉੱਦਾਂ ਬਣੇ ਰਹਿਣਗੇ। ਸੋ ਕੈਨੇਡਾ ਦੀ ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਦ ਬਲੂ ਓਸ਼ਨ ਇਮੀਗ੍ਰੇਸ਼ਨ ਤੋਂ ਰਾਜੀਵ ਰਾਮਪਾਲ ਜੀ। ਬਹੁਤ ਬਹੁਤ ਸਵਾਗਤ ਹੈ ਰਾਜੀਵ ਜੀ ਤੁਹਾਡਾ। ਮਿਹਰਬਾਨੀ ਰਾਗਨੀ ਜੀ ਐਂਡ ਸਾਰੇ ਪੀਟੀਸੀ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਕੋਵਿਡ-19 ਤੋਂ ਬਾਅਦ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਚੇਂਜ ਹੋ ਗਈ ਹੈ। ਇੰਟਰਨੈਸ਼ਨਲ ਸਟੂਡੈਂਟਸ ਨੂੰ ਗਵਰਨਮੈਂਟ ਨੇ ਆਪਸ਼ਨ ਦਿੱਤੀ ਸੀਗੀ ਕਿ ਉਹ ਆਪਣੀ ਹੋਮ ਕੰਟਰੀ 'ਚ ਰਹਿ ਕੇ ਵੀ ਜਿਹੜੀ ਆਨਲਾਈਨ ਸਟੱਡੀ ਉਹ ਕਰ ਸਕਦੇ ਨੇ। ਹੁਣ ਕਾਫੀ ਕਨਫਿਊਜ਼ਨ ਹੈ ਇਸ ਗੱਲ ਦੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹਨਾਂ ਨੂੰ ਜੇ ਉਹ ਇਨਰੋਲ ਹੋ ਰਹੇ ਨੇ, ਉਹਨਾਂ ਨੂੰ ਜੇ ਲੈਟਰ ਮਿਲ ਰਹੀ ਹੈ ਆਫਰ ਲੈਟਰ, ਤਾਂ ਉਹ ਸ਼ੁਰੂ ਕਰ ਦੇਣ ਪੜ੍ਹਾਈ, ਜਾਂ ਫਿਰ ਉਹ ਹਾਲਾਤ ਜਿਹੜੇ ਨੇ ਉਹ ਨਾਰਮਲ ਹੋਣ ਦੀ ਵੇਟ ਕਰਨ, ਕਿਉਂਕਿ ਇਸ ਗੱਲ ਦੀ ਕਾਫੀ ਜ਼ਿਆਦਾ ਸਟ੍ਰੈਸ ਰਹਿੰਦੀ ਹੈ ਕਿ ਉੱਥੋਂ ਜੇ ਉਹ ਚੱਲਦੇ ਨੇ ਉਹਨਾਂ ਨੂੰ ਇੱਥੇ ਜਿਹੜੀ ਹੈ ਐਂਟਰੀ ਅਲਾਓ ਹੋਏਗੀ ਜਾਂ ਫਿਰ ਉਹਨਾਂ ਨੂੰ ਜਿਹੜਾ ਵਾਪਸੀ ਤਾਂ ਨਹੀਂ ਭੇਜ ਦਿੱਤਾ ਜਾਏਗਾ। ਸੋ ਇਸ 'ਤੇ ਤੁਹਾਡਾ ਕੀ ਵਿਚਾਰ ਹੈ? ਰਾਗਨੀ ਜੀ ਇੱਦਾਂ ਵਾ ਵੀ ਜਿਨ੍ਹਾਂ ਸਟੂਡੈਂਟਸ ਨੂੰ ਅਪਰੂਵਲ ਮਿਲ ਚੁੱਕੀ ਹੈ ਕਿ ਉਹ ਆਨਲਾਈਨ ਆਪਣਾ ਕਲਾਸਿਸ ਸ਼ੁਰੂ ਕਰ ਸਕਦੇ ਨੇ ਐਂਡ to come here on कुछ colleges and institution ने they have the designation DLI numbers ने mention किए हुए ने। every province has specific colleges जिन्हों के DLI number website ते मौजूद ने, जिन्हों के colleges या institution या school कई स्कूलों वाले उन्होंने arrangement किए हुए ने भी students can come and they can quarantine, they have made their arrangement, उन्होंने तो allow कर रहे हैं। बाकी जेडे दूजे ने इट्स नॉट एडवाइजेबल अनटिल एंड अनलेस तुहानूं कॉलेजेस कहते हैं या इमीग्रेशन परमिशन देंदी है या किसी का को-ऑप वर्क परमिट का प्रोग्राम है नाल जिथे उन्होंने मतलब इट्स अ पार्ट ऑफ देयर रिक्वायरमेंट कि दे नीड टू वर्क। सो ओनली दोज कैंडिडेट्स शुड कम अनटिल एंड अनलेस दे आर आस्क्ड टू। ਜੀ ਜੀ ਅੱਗੇ ਜੇ ਅਸੀਂ ਗੱਲ ਕਰੀਏ ਤਾਂ ਸਟੂਡੈਂਟਸ ਨੂੰ ਪਹਿਲਾਂ ਇਹ ਹੁੰਦਾ ਸੀ ਕਿ 2 ਸਾਲ ਜਦੋਂ ਪੜ੍ਹਾਈ ਕਰ ਰਹੇ ਹੁੰਦੇ ਸੀ ਤਾਂ ਉਹਨਾਂ ਨੂੰ ਸਾਈਡ ਬਾਈ ਸਾਈਡ ਐਕਸਪੀਰੀਅੰਸ ਵੀ ਹੋ ਜਾਂਦਾ ਸੀ। ਉਹ ਕਿਤੇ ਨਾ ਕਿਤੇ ਪੀਆਰ ਦੇ ਪੁਆਇੰਟਸ 'ਚ ਹੈਲਪ ਕਰਦਾ ਸੀ, ਕੈਨੇਡੀਅਨ ਐਕਸਪੀਰੀਅੰਸ ਐਡ ਅਪ ਹੋ ਜਾਂਦਾ ਸੀ। ਜਸਟ ਟੂ ਕੱਟ ਯੂ ਹੇਅਰ, ਆਈ ਮੀਨ ਵਾਈਲ ਦੇ ਆਰ ਔਨ ਸਟੂਡੈਂਟ ਵੀਜ਼ਾ technically you don't get any points for Canadian experience class while you are on a student visa. You get points only when you are on a work permit. ਉਸ ਤੋਂ ਬਾਅਦ ਜੇ ਅੱਜ ਦੀ ਅਸੀਂ ਅਪਡੇਟ ਦੀ ਗੱਲ ਕਰੀਏ ਤਾਂ ਟਵਿੱਟਰ ਦੇ ਉੱਤੇ ਕੈਨੇਡਾ ਇਨ ਇੰਡੀਆ ਦੇ ਜਿਹੜਾ ਹੈਂਡਲ ਹੈ ਉਹਨਾਂ ਨੇ ਪੋਸਟ ਕੀਤਾ ਹੋਇਆ ਕਿ ਜੇ ਤੁਸੀਂ 1 ਮਹੀਨਾ ਪਹਿਲਾਂ ਪਹੁੰਚਦੇ ਹੋ ਕਲਾਸਿਸ ਸ਼ੁਰੂ ਹੋਣ ਤੇ ਤਾਂ ਤੁਹਾਨੂੰ ਐਂਟਰੀ ਜਿਹੜੀ ਉਹ ਡਿਨਾਈ ਵੀ ਕੀਤੀ ਜਾ ਸਕਦੀ ਹੈ। ਹਾਂਜੀ, ਉਹ ਇਦਾਂ ਹੁੰਦਾ ਵਾ ਆਪਣਾ ਰਾਗਨੀ ਜੀ ਵੀ ਕਾਫੀ ਸਟੂਡੈਂਟਸ ਜਿੱਦਾਂ ਪਹਿਲਾਂ ਵੀ ਹੋਇਆ ਵਾ, ਦਿਸ ਇਜ਼ ਨਾਟ ਨਿਊ, ਪਹਿਲਾਂ ਵੀ ਸਟੂਡੈਂਟਸ ਜਿੱਦਾਂ ਸਤੰਬਰ 'ਚ ਕੋਰਸ ਸ਼ੁਰੂ ਹੋਣਾ ਉਹ ਜੁਲਾਈ ਦੇ ਵਿੱਚ ਆ ਕੇ ਆ ਜਾਂਦੇ ਨੇ। ਸੋ ਵਾਟ ਦੇ ਡੂ ਇਜ਼ they don't actually come for studying, they start looking for work. So students, government ਜਿਹੜੀ immigration Canada, they don't want students to come and start working. ਉਹਦੇ 'ਚ ਕੀ it affects the local ਜਿਹੜੀ population ਆ, Canadian citizens ਨੇ ਜਾਂ PR ਨੇ, ਉਹਨਾਂ ਨੂੰ it bothers and affects the local students ਜਿਹੜੇ ਇੱਥੇ ਨੇ, ਉਹਨਾਂ ਦੀਆਂ jobs ਚਲੇ ਜਾਂਦੀਆਂ ਕਿਉਂਕਿ ਜਿਹੜੇ ਇੱਦਾਂ students ਆਉਂਦੇ ਨੇ they are underpaid and ਜਿਹੜੇ ਆਪਣੇ Canadian born kids ਨੇ ਜਾਂ Canadian citizens ਨੇ ਜਾਂ PR ਨੇ they don't want to compromise on job ਵੀ ਸਾਨੂੰ ਜੇ $14.5 ਦੀ ਜੋਬ ਆ ਤੇ they want ਕਿ 14.5 ਹੀ ਹੋਣ, ਜਦ ਕਿ ਜਿਹੜੇ ਦੂਜੇ ਸਟੂਡੈਂਟਸ ਇੱਦਾਂ ਆ ਜਾਂਦੇ ਨੇ ਹੁਣ ਕਿਉਂਕਿ they are in need of it, ਉਹ ਫਿਰ ਮੈਨੀਪੂਲੇਸ਼ਨ ਤੇ ਐਕਸਪਲੋਇਟੇਸ਼ਨ ਹੁੰਦੀ ਹੈ। ਜੀ ਤੇ ਤੁਸੀਂ ਹੁਣ ਸੁਜੈਸਟ ਕੀ ਕਰਨਾ ਚਾਹੁੰਦੇ ਕਿ ਕਿੰਨਾ ਕੁ ਜਿਹੜਾ ਗੈਪ ਹੈ ਉਹ ਸਟੂਡੈਂਟ ਨੂੰ ਰੱਖਣਾ ਚਾਹੀਦਾ? They shouldn't be coming here before say 15 to 20 days, not before that. ਕਿਉਂਕਿ 15 ਦਿਨ ਤੱਕ ਕੁਆਰੰਟਾਈਨ ਹੈ ਹੀ ਮੈਂਡੇਟਰੀ ਹੈ, ਤਾਂ 5-7 ਦਿਨ ਹੋਰ ਲੈ ਕੇ ਚਲੋ। ਜੀ ਇਹਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੀ, ਤੇ ਪਿੱਛੇ ਜਿਹੜਾ ਡਰਾ ਨਿਕਲਿਆ ਸੀ 75 ਜਦੋਂ ਦੇ ਪੁਆਇੰਟਸ ਡਿੱਗੇ ਆ ਉਦੋਂ ਦੀ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਲੋਕ ਨੇ ਭਾਵੇਂ ਕੁਆਲੀਫਾਈ ਕਰਦੇ ਨੇ ਨਹੀਂ ਕਰਦੇ, ਤਕਰੀਬਨ ਸਾਰਿਆਂ ਨੇ ਮਿਨੀਮਮ ਪੁਆਇੰਟਸ ਤੇ ਵੀ ਜਿਹੜੀ ਆਪਣੀ ਫਾਈਲ ਹੈ ਉਹ ਟਰਾਈ ਕੀਤੀ ਹੈ ਕਿ ਅਸੀਂ ਲਗਾ ਦਈਏ। ਯੂ ਨੈਵਰ ਨੋ ਕਿ ਕਦੋਂ ਜਿਹੜਾ ਨੈਕਸਟ ਜਿਹੜਾ ਡਰਾ ਆ ਉਹ ਇੰਨਾ ਨੀਚੇ ਆਊਗਾ। ਤੁਹਾਡਾ ਕੀ ਸੁਜੈਸ਼ਨ ਹੈ ਇਹਦੇ ਤੇ ਕਿ ਵੀ ਹੈਗੀ ਕੋਈ ਉਮੀਦ ਇਸ ਤਰੀਕੇ ਦੀ ਜਾਂ ਵਨ ਟਾਈਮ ਥਿੰਗ ਸੀ ਜਿਹੜੀ ਗਵਰਨਮੈਂਟ ਨੇ ਕੀਤੀ? ਪਹਿਲੀ ਗੱਲ ਤਾਂ ਇਟ ਵਾਸ ਅ ਬਿਗ ਸਰਪ੍ਰਾਈਜ਼ ਐਂਡ ਸ਼ੌਕਰ ਫॉर एवरीवन ਆਫ ਬੀਇੰਗ ਇਨ ਕੈਨੇਡਾ, ਬਟ ਐਟ ਦ ਸੇਮ ਟਾਈਮ ਸਾਰਿਆਂ ਵਾਸਤੇ ਜਿਹੜੇ ਨਹੀਂ ਸੀ ਅਦਰਵਾਈਜ਼ ਕੁਆਲੀਫਾਈ ਕਰ ਸਕਦੇ ਸੀਗੇ ਉਹਨਾਂ ਨੂੰ ਕੋਵਿਡ ਇਜ਼ ਬੇਸਿਕਲੀ ਅ ਬਲੈਸਿੰਗ ਫॉर them। ਜੀ ਬਿਲਕੁਲ। ਹੁਣੇ ਤੁਸੀਂ ਸ਼ੁਰੂ ਦੇ ਵਿੱਚ ਜਸਟ ਕਿਹਾ ਵੀ ਕੈਨੇਡਾ ਨੂੰ 2020 ਇਮੀਗ੍ਰੇਸ਼ਨ ਦੇ ਵਿੱਚ ਇਟ ਅਫੈਕਟਡ ਬਿਗ ਟਾਈਮ, ਬਟ if you consider this what they did on February 12 or so, whatever the date was,
27,500 ਦੇ ਕਰੀਬ ਐਪਲੀਕੇਸ਼ਨ ਜੀ, ਹੋਈਆਂ, ਬਿਲਕੁਲ। ਜਦ ਕਿ ਮੰਥਲੀ ਔਨ ਐਨ ਐਵਰੇਜ 8,000 ਐਪਲੀਕੇਸ਼ਨ, 8 ਤੋਂ 10,000 ਐਪਲੀਕੇਸ਼ਨ ਨਿਕਲਦੀ ਸੀ। ਜੀ ਸੋ 6 ਮਹੀਨਿਆਂ ਲਈ ਤਾਂ ਉਹਨਾਂ ਨੇ ਆਪਣਾ ਕੋਟਾ ਪੂਰਾ ਕਰ ਦਿੱਤਾ ਇਮੀਗ੍ਰੇਸ਼ਨ ਕੈਨੇਡਾ ਨੇ। ਸਟੂਡੈਂਟ ਦਾ ਜਿਹੜਾ ਵਾ ਅਗੇਨ ਇਟ ਹੈਜ਼ ਪਿਕਡ ਅਪ। ਜੀ ਸੋ ਕਮਿੰਗ ਬੈਕ ਟੂ ਯੂਰ ਕੁਐਸਚਨ ਕਿ 75 ਪੁਆਇੰਟਸ ਤੁਹਾਡੀ ਦੁਬਾਰਾ ਆਏਗੀ। ਐਨੀਵਨ ਹੂ ਹੈਜ਼ 5 ਬੈਂਡਸ ਇਨ ਆਈਲੈਟਸ and 1 year of Canadian experience class is eligible irrespective of the education. जी। So that is how these guys qualified. क्योंकि जीरो एजुकेशन वाला भी क्वालीफाई कर गया प्रोवाइडेड ਉਹ 5 ਸਾਲ ਦੀ 5 ਆਈਲੈਟਸ ਬੈਂਡਸ ਹੈਗੇ ਨੇ ਤੇ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ। ਜੀ So it may not come to that level, but considering कि COVID is not gone yet and we are into the third wave and today's the numbers were alarming again. ਜੀ ਤੇ ਹੋ ਸਕਦਾ ਵਾ ਬਈ ਲਾਗੇ ਚਾਗੇ ਫੇਰ ਕੋਈ ਇੱਕ ਦਾ ਡਰਾ ਮੇਬੀ ਲੇਟਰ ਇਨ ਦਿਸ ਈਅਰ ਹੋ ਜੇ। ਜੀ ਹਾਂਜੀ। ਜਿਵੇਂ ਤੁਸੀਂ ਕਿਹਾ ਕਿ ਇੱਕ ਉਮੀਦ ਹੈਗੀ ਹੈ ਕਿ ਹਾਂਜੀ। ਸ਼ਾਇਦ ਇਦਾਂ ਹੋ ਹਾਂਜੀ, ਜੇ, ਹਾਂਜੀ। ਸ਼ੋਰ ਨਹੀਂ ਹੈ। ਹਾਂਜੀ। ਇਹਦੇ ਚੱਲਦੇ ਆ ਪਹਿਲਾਂ ਕੀ ਸੀ, ਜਿਨ੍ਹਾਂ ਦੇ ਪੁਆਇੰਟ ਘੱਟ ਸੀਗੇ ਆਲਰੇਡੀ, ਉਹਨਾਂ ਨੇ LMIA ਦੀ ਆਪਸ਼ਨ ਕੰਸੀਡਰ ਕਰਨੀ ਸ਼ੁਰੂ ਕਰਤੀ ਸੀ ਕਿ ਸ਼ਾਇਦ ਪੁਆਇੰਟ ਕਦੀ ਪੂਰੇ ਹੋਣੇ ਹੀ ਨਹੀਂ ਹੈ। ਵਰਕ ਪਰਮਿਟ ਵੀ ਐਕਸਪਾਇਰ ਹੋ ਰਹੇ ਸੀ ਉਹਨਾਂ ਦੇ, ਤੇ ਉਹਨਾਂ ਨੇ ਹੁਣ ਇਸ ਪੁਆਇੰਟ ਤੋਂ ਬਾਅਦ ਕਿਤੇ ਨਾ ਕਿਤੇ LMIA ਦੀ ਆਪਸ਼ਨ ਛੱਡ ਕੇ ਉਹਨਾਂ ਨੇ ਇਹ ਮਤਲਬ ਇੱਕ ਹੋਪ ਦੇ ਸਿਰ ਤੇ ਉੱਤੇ ਹੀ ਆਪਣੀ ਫਾਈਲ ਜਿਹੜੀ ਹੈ ਕਈਆਂ ਨੇ ਛੱਡਣੀ ਸ਼ੁਰੂ ਕਰ ਦਿੱਤੀ ਹੈ। ਤੁਸੀਂ ਕੀ ਐਡਵਾਈਸ ਕਰੋਗੇ ਕਿ ਰੈਦਰ ਦੈਨ ਸਿਰਫ ਹੋਪ ਦੇ ਸਿਰ ਦੇ ਉੱਤੇ ਆਪਣਾ ਵਰਕ ਪਰਮਿਟ ਖਤਮ ਹੋਣ ਦੇਣਾ ਚਾਹੀਦਾ, ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ LMIA ਅਗਰ ਨਹੀਂ ਪੁਆਇੰਟਸ ਪੂਰੇ ਹੋ ਰਹੇ ਤਾਂ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ? ਰਗਨੀ ਜੀ ਕੰਸੀਡਰਿੰਗ ਦਿਸ ਕਿ ਇਦਾਂ 75 ਪੁਆਇੰਟਸ ਨਾਲ ਕਾਫੀ ਜਿਹੜਾ ਵਾ ਸਟੂਡੈਂਟਸ ਨੂੰ ਜਾਂ ਜਿਹੜੇ ਦੂਜੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੀ ITA ਬੇਸਿਕਲੀ ਇਸ਼ੂ ਹੋ ਗਏ ਨੇ। ਜੀ ਜੀ ਐਂਡ ਇਟ ਮੇ ਨਾਟ ਹੈਪਨ ਕਿ ਉਹ ਦੁਬਾਰਾ 75 ਪੁਆਇੰਟ ਤੇ ਆ ਜਾਣ। ਠੀਕ ਹੈ। ਸੋ ਹੁਣ ਕੀ ਹੋਇਆ ਵਾ, ਐਵਰੀ ਸਟੂਡੈਂਟ ਜਿਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਸੀ 12th ਗ੍ਰੇਡ ਤੋਂ ਬਾਅਦ with 1 or 2 years of diploma they want to put up their file ਕਿ ਸਾਨੂੰ ਆਪਣਾ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰ ਦੇਣਾ ਚਾਹੀਦਾ। ਜੀ ਸੋ ਇਟ may or may not honestly you cannot straightway say ਕਿ ਹਾਂਜੀ ਇਹ ਦੁਬਾਰਾ ਹੋਏਗਾ, LMI ਦੀ ਜ਼ਰੂਰਤ ਪਏਗੀ ਨਹੀਂ ਪਏਗੀ। ਸੋ ਐਜ਼ ਅ ਸਟੂਡੈਂਟ ਜਿਹੜੇ ਇੰਨੇ ਪੈਸੇ ਖਰਚ ਕਰਕੇ $30,000 ਸਾਲ ਦਾ ਖਰਚ ਦਿੰਦੇ ਨੇ, so they have come here and if they cannot get the PR end of the day ਜੀ it will be very very disturbing and disheartening for them. So ਜੀ। ਉਹਨਾਂ ਨੂੰ ਬੈਕਅਪ ਪਲਾਨ ਤਾਂ ਰੱਖਣਾ ਹੀ ਪਏਗਾ ਜੀ ਕਿਉਂਕਿ ਗਵਰਨਮੈਂਟ ਦੀ ਪਾਲਿਸੀ ਦਾ ਕਿਤੇ ਵੀ ਕੁਝ ਵੀ ਹੋ ਸਕਦਾ। ਐਂਡ ਜਸਟ ਟੂ ਫੈਸਿਲਿਟੇਟ ਦ ਸਟੂਡੈਂਟਸ 21st January 2021 itself ਗਵਰਨਮੈਂਟ ਆਫ ਕੈਨੇਡਾ ਨੇ ਇੱਕ ਹੋਰ ਪਾਲਿਸੀ ਕੱਢੀ ਸੀ ਵੀ ਜੁਲਾਈ ਤੱਕ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਵੀ ਨੇ they can further go for an 18 months of extended postgraduate work permit ਜਿਹੜਾ ਕਿ normally after the education completion ਤੇ ਮਿਲਦਾ। ਜੀ So ਜੀ they have given that privilege to these students as well. ਜੀ ਸਟੂਡੈਂਟਸ ਦੀ ਗੱਲ ਹੋਵੇ ਜਾਂ ਐਕਸਪ੍ਰੈਸ ਐਂਟਰੀ ਦੀ, ਗਵਰਨਮੈਂਟ ਨੇ ਕਾਫੀ ਕੁਝ ਰਿਆਇਤ ਜਿਹੜੀ ਹੈ ਹਾਂਜੀ। ਲਾਸਟ ਈਅਰ ਦਿੱਤੀ ਹੈ। ਹਾਂਜੀ। ਜੇ ਅਸੀਂ ਗੱਲ ਕਰੀਏ ਵਿਜ਼ਟਰ ਵੀਜ਼ਾ ਦੀ, ਤੇ ਉਹਨਾਂ ਲਈ ਵੀ ਬੋਨਸ ਹੀ ਸਾਬਤ ਹੋਇਆ ਕੈਨੇਡਾ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਸੀਗੇ, ਕਿਉਂਕਿ ਉਹਨਾਂ ਨੂੰ ਜਿਹੜੀ ਹੈ ਵਰਕ ਪਰਮਿਟ ਐਪਲੀਕੇਸ਼ਨ ਦੀ ਪਰਮਿਸ਼ਨ ਜਿਹੜੀ ਹੈ ਉਹ ਗਵਰਨਮੈਂਟ ਵੱਲੋਂ ਦੇ ਦਿੱਤੀ ਗਈ ਹੈ। ਹੁਣ ਜਿਨ੍ਹਾਂ ਦੇ ਇੱਥੇ ਜਿਹੜਾ ਸਟੇ ਹੈ ਉਹ ਖਤਮ ਹੋ ਰਿਹਾ ਹੈ, ਉਹ ਅਗਰ ਅਪਲਾਈ ਕਰਦੇ ਨੇ ਤਾਂ ਉਹ ਸਟੇਟਸ ਉਹਨਾਂ ਦਾ ਮੇਨਟੇਨ ਹੋ ਜਾਏਗਾ, ਜਾਂ ਫਿਰ ਉਹਨਾਂ ਨੂੰ ਆਪਣਾ ਸਟੇ ਪਹਿਲਾਂ ਐਕਸਟੈਂਡ ਕਰਨਾ ਚਾਹੀਦਾ ਔਰ ਫਿਰ ਜਿਹੜਾ ਵਰਕ ਪਰਮਿਟ ਅਪਲਾਈ ਕਰਨ ਬਾਰੇ ਸੋਚਣਾ ਚਾਹੀਦਾ? ਰਗਨੀ ਜੀ ਦੋ ਚੀਜ਼ਾਂ ਨੇ ਜਿਹੜੀ ਤੁਸੀਂ ਇਹ ਕਈ ਗੱਲ ਹੋਣੇ ਵੀ ਜਿਹੜੇ ਸਟੂਡੈਂਟ ਆਪਣਾ ਵਿਜ਼ਟਰ ਵੀਜ਼ਾ ਤੇ ਨੇ ਉਹ ਦੇ ਕੈਨ ਅਪਲਾਈ ਫॉर ਵਰਕ ਪਰਮਿਟ, ਉਹ ਪਹਿਲਾਂ ਵੀ ਕਰ ਸਕਦੇ ਸੀਗੇ। ਇਟ ਵਾਜ਼ਨਟ ਕਿ ਉਹ ਪਹਿਲਾਂ ਨਹੀਂ, ਓਨਲੀ ਦ ਫਾਰਮ ਨੰਬਰਸ ਹੈਵ ਚੇਂਜ। ਓਕੇ ਜੀ। ਸੋ ਉਹਦੇ ਚ ਕੀ ਸੀਗਾ ਵੀ ਜਦੋਂ ਕੋਈ ਇੰਡੀਆ ਦੇ ਵਿੱਚ ਵਿਜ਼ਟਰ ਵੀਜ਼ਾ ਹੋਲਡਰ ਆ, ਇੰਡੀਅਨ ਪਾਸਪੋਰਟ ਹੋਲਡਰ ਆ, ਸੋ ਉਹਨਾਂ ਨੂੰ ਉੱਥੋਂ ਦੇ ਮੁਤਾਬਿਕ ਜਿਹੜਾ ਵਾ ਫਾਰਮਸ ਲਗਾਉਣੇ ਪੈਂਦੇ ਸੀ, ਕੰਟਰੀ ਸਪੈਸੀਫਿਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜੀ ਬਟ ਡਿਊ ਟੂ ਦਿਸ ਟੈਂਪਰੇਰੀ ਚੇਂਜ ਇਨ ਦਾ ਪਾਲਿਸੀ, ਸੋ ਦੇ ਕੈਨ ਡੂ ਇਟ ਰਾਈਟ ਨਾਓ ਬੇਸਡ ਇਨ ਕੈਨੇਡਾ। ਜਿੱਦਾਂ ਕੈਨੇਡੀਅਨ ਜਿਹੜੇ ਆਲਰੇਡੀ ਇੱਥੇ ਨੇ ਉਹਨਾਂ ਦੇ ਮੁਤਾਬਿਕ ਦੇ ਡੋਂਟ ਨੀਡ ਟੂ ਯੂਜ਼ ਦ ਕੰਟਰੀ ਸਪੈਸੀਫਿਕ ਫਾਰਮਸ। ਜੀ ਰਾਜੀਵ ਜੀ, ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ, ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਦੇਖਦੇ ਰਹੋ PTC ਪੰਜਾਬੀ ਕੈਨੇਡਾ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬ੍ਰੇਕ ਤੋਂ ਬਾਅਦ। ਜੀ ਰਾਜੀਵ ਜੀ, ਅਸੀਂ ਗੱਲਬਾਤ ਕਰ ਰਹੇ ਸੀ ਵਿਜ਼ਟਰ ਵੀਜ਼ਾ ਨੂੰ ਲੈ ਕੇ। ਹਾਂਜੀ। ਤੁਸੀਂ ਦੱਸਿਆ ਕਿ ਅਪਲਾਈ ਉਹ ਕਰ ਸਕਦੇ ਨੇ, ਫਾਰਮ ਨੰਬਰ ਸਿਰਫ ਚੇਂਜ ਹੋਏ ਨੇ ਔਰ ਕੋਵਿਡ-19 ਕਰਕੇ ਜਿਹੜੇ ਫਾਰਮ ਨੰਬਰਸ ਹੈ ਉਹਨਾਂ 'ਚ ਚੇਂਜ ਕੀਤਾ ਗਿਆ ਔਰ ਕੰਟਰੀ ਸਪੈਸੀਫਿਕ ਦੀ ਜਿਹੜੀ ਕੰਡੀਸ਼ਨ ਹੈ ਉਹ ਇਹਨਾਂ ਨੇ ਰਿਮੂਵ ਕੀਤੀ ਹੈ। ਜੇ ਅਸੀਂ ਗੱਲ ਕਰੀਏ ਪ੍ਰੋਸੈਸ ਦੀ, ਤਾਂ ਪ੍ਰੋਸੈਸ ਕੀ ਹੈ, ਕਿਵੇਂ ਅਪਲਾਈ ਕਰ ਸਕਦੇ ਨੇ ਜਿਹੜੇ ਇੱਥੇ ਵਿਜ਼ਟਰ ਵੀਜ਼ਾ ਤੇ ਨੇ ਕੈਨੇਡਾ ਦੇ ਵਿੱਚ?
ਜਿਹੜੇ ਆਲਰੇਡੀ ਇੱਥੇ ਨੇ ਉਹਨਾਂ ਨੂੰ ਕੋਈ ਲੰਬੀ ਚੌੜੀ ਪ੍ਰੋਬਲਮ ਨਹੀਂ ਹੈ, ਦੇ ਕੈਨ ਜਸਟ ਐਕਸਟੈਂਡ देयर ਸਟੇ ਐਜ਼ ਅ ਵਿਜ਼ਟਰ, ਉਹਨੂੰ ਅਸੀਂ ਵਿਜ਼ਟਰ ਰੈਕਟ ਬੋਲਦੇ ਹਾਂ। ਸੋ ਦੇ ਕੈਨ ਗੈਟ ਬੇਸਿਕਲੀ ਦੇ ਕੈਨ ਗਿਵ ਕੋਵਿਡ ਐਜ਼ ਅ ਵਨ ਆਫ ਦ ਮੇਜਰ ਰੀਜ਼ਨ ਟੂ ਸਟੇ ਹੇਅਰ ਜੀ। ਸੋ ਦੈਟ ਇਜ਼ ਵਨ ਥਿੰਗ, ਐਂਡ ਉਹ ਆਪਣਾ ਕਾਫੀ ਕੁਇਕਲੀ ਹੈ, ਇਟਸ ਨॉट दैट कि इट्स टेकिंग longer than usual, it's as compared to overseas processing for the visitor application, it's far more faster than that, ਕਾਫੀ ਜਲਦੀ ਤੇ ਜਲਦੀ ਕੰਮ ਹੋ ਰਿਹਾ। ਅਗਰ ਤੁਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਓਵਰਸੀਜ਼ ਲਗਾਉਂਦੇ ਹੋ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ, ਇਟਸ ਟੇਕਿੰਗ ਆਲਮੋਸਟ 6 to 7 months, ਇਟਸ ਆਲਮੋਸਟ ਨੋ ਰਿਜ਼ਲਟ ਜੀ। ਸੋ ਜਿਹੜੇ ਇੱਥੇ ਨੇ ਵਿਜ਼ਟਰ ਵੀਜ਼ਾ ਉਹਨਾਂ ਨੂੰ ਜਸਟ ਟੂ ਮੇਨਟੇਨ ਦੇ ਸਟੇਟਸ ਦੇ ਆਰ ਪ੍ਰੋਸੈਸਿੰਗ ਇਟ ਵੈਰੀ ਫਾਸਟ ਜੀ। ਤੇ ਜੇ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਹੈ ਵਿਜ਼ਟਰ ਵੀਜ਼ਾ ਤੇ ਹੁੰਦਿਆਂ ਹੋਇਆ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਨੇ, ਉਹਦੇ 'ਚ ਕੋਈ ਹੈਗਾ ਹੈ ਕਿ ਵੀ ਤੁਹਾਨੂੰ ਬੈਕ ਹੋਮ ਕੰਟਰੀ ਤੋਂ ਕੋਈ ਐਸੈਂਸ਼ੀਅਲ ਸਰਵਿਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਕੁਝ ਇਦਾਂ ਦਾ, ਜਾਂ ਫਿਰ ਕੋਈ ਵੀ ਜਿਹੜਾ ਇੱਥੇ ਵਿਜ਼ਿਟਰ ਹੈ? ਨਹੀਂ, ਆਲ ਦੇ ਨੀਡ ਇਜ਼ ਦੇ ਨੀਡ ਐਨ EMPLOYER ਐਂਡ LMI ਅਪਰੂਵਡ ਹੋਣੀ ਚਾਹੀਦੀ ਉਹਨਾਂ ਦੀ, ਉਸ ਦੇ ਬੇਸਿਸ ਤੇ ਦੇ ਕੈਨ ਗੈਟ, ਐਂਡ ਪ੍ਰੈਫਰੇਬਲੀ ਦੇ ਸ਼ੁੱਡ ਹੈਵ ਅ ਰੈਲੇਵੈਂਟ ਐਕਸਪੀਰੀਅੰਸ ਇਨ ਦਾ ਫੀਲਡ ਜੀ। ਜੀ, ਤੇ ਜਿਹੜੀ ਫੀਲਡ ਦੀ ਤੁਸੀਂ ਗੱਲ ਕੀਤੀ ਹੈ, ਫੀਲਡ ਦੀ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਐਸੈਂਸ਼ੀਅਲ ਸਰਵਿਸ ਇਜ਼ ਨਾਟ ਦ ਕੀ ਫॉर दैट ਜੀ। ਜੀ, ਇਸ ਤੋਂ ਬਾਅਦ ਜਦੋਂ 2020 ਸਟਾਰਟ ਵੀ ਹੋਇਆ ਸੀਗਾ, ਕਰੋਨਾ ਵਾਇਰਸ ਆਉਣ ਤੋਂ ਬਾਅਦ ਸਟੂਡੈਂਟਸ ਜਿਹੜੇ ਵਰਕ ਪਰਮਿਟ ਤੇ ਸੀਗੇ, ਉਹ ਕਈਆਂ ਨੇ ਨਰਵਸਨੈਸ ਦੇ ਵਜੋਂ ਕਹਿ ਲਓ ਜਾਂ ਕਈਆਂ ਦੇ ਪ੍ਰੀ ਪਲਾਨ ਟ੍ਰਿਪ ਸੀਗਾ, ਉਹ ਬੈਕ ਹੋਮ ਚਲੇ ਗਏ ਸੀ। ਹੁਣ ਉਹਨਾਂ ਨੇ ਵਾਪਸੀ ਦੇ ਉੱਤੇ ਕੁਐਸਚਨ ਹੈ ਕਿ ਜਿਨ੍ਹਾਂ ਦਾ ਵਰਕ ਪਰਮਿਟ ਹੋਲਡਰ ਜਿਹੜੇ ਨੇ ਉਹ ਬੋਰਡ ਕਰ ਸਕਦੇ ਨੇ ਫਲਾਈਟ, ਅਗਰ ਕਰ ਸਕਦੇ ਨੇ ਤਾਂ ਕੀ ਉਹਦੀ ਕੰਡੀਸ਼ਨ ਹੈ, ਕੀ ਖਾਸ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ? ਜਿਹੜੇ ਵੀ ਸਟੂਡੈਂਟਸ ਆਪਣਾ ਵਰਕ ਪਰਮਿਟ ਦੇ ਵਿੱਚ ਚਲੇ ਗਏ ਨੇ, ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ, ਔਰ ਅਗਰ ਕੋਈ ਸਟੂਡੈਂਟਸ ਤੋਂ ਇਲਾਵਾ ਦੂਜੇ ਵੀ ਵਰਕ ਪਰਮਿਟ 'ਤੇ ਸੀਗੇ, ਜੇ ਕਿਸੇ ਕਾਰਨ ਉਹ ਇੰਡੀਆ ਗਏ ਨੇ ਜਾਂ ਕਿਤੇ ਵੀ ਗਏ ਨੇ, ਨਾਓ ਇਮੀਗ੍ਰੇਸ਼ਨ ਕੈਨੇਡਾ ਜਿਹੜੇ ਆ ਦੇ ਆਰ ਆਸਕਿੰਗ ਫॉर ਅ ਜੌਬ ਲੈਟਰ ਕਿ ਤੁਹਾਡਾ EMPLOYER ਇਹ ਲਿਖ ਕੇ ਦੇਵੇ ਵੀ ਤੁਸੀਂ ਅਗਰ ਜਾ ਰਹੇ ਹੋ ਤਾਂ ਤੁਹਾਨੂੰ ਉਹ ਜੌਬ ਦੇਵੇਗਾ। ਸੋ ਜਿਨ੍ਹਾਂ ਕੋਲ ਉਹ ਲੈਟਰਸ ਹੈ ਨਹੀਂ ਜਾਂ ਜੌਬ ਆਫਰ ਹੈ ਨਹੀਂ, ਜਿਨ੍ਹਾਂ ਕੋਲ ਬ੍ਰੈਂਡ ਨਿਊ ਵਰਕ ਪਰਮਿਟ 'ਤੇ ਨੇ, ਦੇ ਆਰ ਆਸਕ ਟੂ ਸਟੇ ਬੈਕ, ਉਹਨਾਂ ਨੂੰ ਅਲਾਉ ਨਹੀਂ ਕਰ ਰਹੇ ਪਲੇਨ ਬੋਰਡ ਕਰਨ ਲਈ ਜੀ। ਤੇ ਇਸ ਅਗਰ ਉਹਨਾਂ ਦੀ ਡਿਊਰੇਸ਼ਨ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ ਆਪਣੀ ਕੰਟਰੀ ਦੇ ਵਿੱਚ ਇਸ ਕੋਵਿਡ ਕਰਕੇ, ਤੁਹਾਨੂੰ ਲੱਗਦਾ ਉਹਨਾਂ ਦੀ PR ਤੇ ਕੋਈ ਅਸਰ ਪਏਗਾ ਇਸ ਚੀਜ਼ ਦਾ? ਡੈਫੀਨਿਟਲੀ ਦੇ ਵਿਲ ਲੂਜ਼ ਦੋਜ਼ ਡੇਜ਼, ਵਰਕਿੰਗ ਡੇਜ਼, ਉਹਨਾਂ ਨੂੰ ਡੈਫੀਨਿਟਲੀ ਫਰਕ ਪਏਗਾ, ਕਿਉਂਕਿ ਜੇ ਉਹ ਕੁਆਲੀਫਾਈ ਨਹੀਂ, ਅਗਰ ਤੁਸੀਂ ਮਿਨੀਮਮ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਤੇ ਜੇ ਤੁਹਾਡੇ ਕੋਲ ਇੱਕ ਦਿਨ ਵੀ ਸ਼ਾਰਟਫਾਲ ਆ ਤੇ ਤੁਹਾਡੀ ਐਲੀਜੀਬਿਲਟੀ ਇਫੈਕਟ ਹੋ ਜਾਂਦੀ ਹੈ। ਸੋ ਇਟ ਵਿਲ ਡੈਫੀਨਿਟਲੀ ਇਫੈਕਟ ਦੈਮ ਜੀ। ਜੇ ਅਸੀਂ ਵਰਕਿੰਗ ਸਟਾਈਲ ਦੀ ਗੱਲ ਕਰੀਏ ਤੇ ਜਦੋਂ ਦਾ ਕਰੋਨਾ ਵਾਇਰਸ ਆਇਆ ਹੈ, ਸਾਡਾ ਸਟਾਈਲ ਜਿਹੜਾ ਸਾਡਾ ਕੰਮਕਾਜ ਦੇ ਤਰੀਕੇ ਨੇ ਉਹ ਬਦਲ ਚੁੱਕੇ ਨੇ, ਕਾਫੀ ਕੁਝ ਵਰਚੁਅਲੀ ਹੋ ਚੁੱਕਿਆ ਹੈ, ਰਿਮੋਟਲੀ ਹੋ ਚੁੱਕਿਆ ਹੈ। ਜੇ ਕੋਈ ਇਹੋ ਜਿਹਾ ਵਰਕ ਪਰਮਿਟ ਹੋਲਡਰ ਹੈ ਜਿਹੜਾ ਬੈਕ ਹੋਮ ਕੰਮ ਕਰ ਰਿਹਾ ਸੇਮ ਕੰਪਨੀ ਦੇ ਲਈ ਔਰ ਰਿਮੋਟਲੀ ਕੰਮ ਕਰ ਰਿਹਾ, ਉਹ ਕਾਊਂਟ ਹੋਏਗਾ ਉਹਦਾ PR ਦੇ ਟੁਵਰਡਸ? ਇਟ ਵਿਲ ਬੀ ਕਾਊਂਟਡ, ਬਟ ਉਹਦੇ ਵਿੱਚ ਫਿਰ ਫਰਦਰ ਕੀਜ਼ ਨੇ ਕਿ ਉਹ ਇਹ ਹੈ ਵੀ ਫੈਡਰਲ ਕੰਪਨੀ ਹੋਣੀ ਬਹੁਤ ਜ਼ਰੂਰੀ ਹੈ। ਯੂ ਕੈਨ ਨਾਟ ਹੈਵ ਲੈਟਸ ਸੇ Ontario ਬੇਸਡ ਕੰਪਨੀ ਜਾਂ ਸਟੇਟ ਬੇਸਡ ਪ੍ਰੋਵਿੰਸ਼ੀਅਲ ਕੰਪਨੀਜ਼ ਦੇ ਵਿੱਚ ਉਹ ਤੁਹਾਡਾ ਐਕਸਪੀਰੀਅੰਸ ਆਈ ਪ੍ਰਜ਼ਿਊਮ, ਕਿਉਂਕਿ ਦਿਸ ਅਪਲਾਈਜ਼ ਟੂ ਅਦਰ ਕੈਟੇਗਰੀਜ਼ ਐਜ਼ ਵੈਲ, ਸੋ ਇਟ ਮੇ ਨਾਟ ਬੀ ਕੰਸੀਡਰਡ। ਆਈ ਐਮ ਨਾਟ 100% ਸ਼ੋਰ ਅਬਾਊਟ ਦੈਟ ਜੀ। ਜੀ ਜੀ। ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਸਵਾਲ ਰਹਿੰਦਾ ਉਹ ਹੈ ਪੈਰੈਂਟਸ, ਗ੍ਰੈਂਡ ਪੈਰੈਂਟਸ ਦਾ। PR ਔਰ ਫੈਮਿਲੀ ਕਲਾਸ ਦੇ ਅੰਡਰ ਤਾਂ ਇਹਨਾਂ ਨੇ ਜਿਹੜੀ ਹੈ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਹੈ। ਇੰਡੀਆ ਦੇ ਵਿੱਚ ਵੀ ਅਸੀਂ ਗੱਲ ਕਰੀਏ ਬਾਇਓਮੈਟ੍ਰਿਕਸ ਉਹਨਾਂ ਦੇ 7 ਅਪ੍ਰੈਲ ਤੋਂ ਜਿਹੜੇ ਉਹ ਸ਼ੁਰੂ ਹੋ ਚੁੱਕੇ ਸੀਗੇ, ਲੇਕਿਨ ਜੇ ਅਸੀਂ ਗੱਲ ਕਰੀਏ ਸੁਪਰ ਵੀਜ਼ਾ ਦੀ, ਤੇ ਨਾ ਬਾਇਓਮੈਟ੍ਰਿਕਸ ਓਪਨ ਹੋ ਰਹੇ ਨੇ ਔਰ ਨਾ ਹੀ ਫਾਈਲਸ ਜਿਹੜੀ ਪ੍ਰੋਸੈਸਿੰਗ ਹੈ ਉਹ ਕਿਸੇ ਸਿਰੇ ਅਜੇ ਲੱਗ ਰਹੀ ਹੈ। ਸੋ ਤੁਹਾਨੂੰ ਕੀ ਲੱਗਦਾ ਕਦੋਂ ਉਹਨਾਂ ਕੇਸਿਸ ਨੂੰ ਜਿਹੜੀ ਹੈ ਉਹਨਾਂ ਦੀ ਪੈਰਵਾਈ ਹੋਣੀ ਸ਼ੁਰੂ ਹੋਏਗੀ? ਜਿਹੜੇ ਆਲਰੇਡੀ ਜਿਨ੍ਹਾਂ ਕੋਲ ਸੁਪਰ ਵੀਜ਼ਾ ਹੈਗਾ ਉਹਨਾਂ ਨੂੰ ਤਾਂ ਪੇਰੈਂਟਸ ਨੂੰ, ਅਗਰ ਇਫ ਯੂ ਹੈਵ ਅ ਵੈਲਿਡ ਰੀਜ਼ਨ, ਦੇ ਆਰ ਅਲਾਉਇੰਗ ਦੈਮ ਟੂ ਕਮ ਬੈਕ ਜਸਟ ਕੀ ਫੈਮਿਲੀ ਦੇ ਨਾਲ ਰਹਿਣਾ ਇਕੱਠੇ ਜੀ, ਠੀਕ ਹੈ। ਅਦਰ ਦੈਨ ਦੈਟ ਜਿਹੜਾ ਤੁਸੀਂ ਸੁਪਰ ਵੀਜ਼ਾ ਦੀ ਪ੍ਰੋਸੈਸਿੰਗ ਇਜ਼ ਆਈ ਵੁੱਡ ਸੇ ਮੋਟਾ ਜੇ ਕਿਹਾ ਜਾਵੇ ਤਾਂ ਇਟਸ ਮੋਰ ਦੈਨ 1 ਈਅਰ, 425 ਦਿਨ ਦੇ ਕਰੀਬ ਪ੍ਰੋਸੈਸਿੰਗ ਟਾਈਮ ਹੈ ਫॉर ਸੁਪਰ ਵੀਜ਼ਾ ਐਪਲੀਕੇਸ਼ਨ ਜੀ। ਇਹ ਜਿਹੜੀ ਪ੍ਰੋਸੈਸਿੰਗ ਟਾਈਮ ਤੁਸੀਂ ਦੱਸੀ ਹੈ ਜੈਨੂਅਲੀ ਇੰਨੀ ਹੁੰਦੀ ਹੈ ਕਿ ਜਾਂ ਕੋਵਿਡ ਕਰਕੇ? ਇਟਸ ਜਸਟ ਬਿਕਾਜ਼ ਆਫ ਕੋਵਿਡ। ਨਾਰਮਲੀ ਜਿਹੜਾ ਵਾ 45 to 60 ਡੇਜ਼ ਦੇ ਵਿੱਚ ਪ੍ਰੋਸੈਸਿੰਗ ਹੋ ਜਾਂਦੀ ਸੀ ਜੀ। ਜੀ ਜੀ ਜੀ। ਹੁਣ ਇਹ ਕੋਵਿਡ ਕਰਕੇ ਇਟਸ ਟੇਕਿੰਗ ਲੌਂਗਰ ਦੈਨ ਯੂਜ਼ੁਅਲ ਜੀ।
ਇਹਦੇ ਨਾਲ ਹੀ ਜਿਹੜੀ ਸਭ ਤੋਂ ਵੱਡਾ ਇਸ਼ੂ ਕੈਨੇਡਾ ਇਮੀਗ੍ਰੇਸ਼ਨ ਦਾ ਰਿਹਾ ਹੈ ਰੀਸੈਂਟਲੀ, ਉਹ ਸਪਾਊਜ਼ਲ ਵੀਜ਼ਾ ਨੂੰ ਲੈ ਕੇ ਹੈ। ਬਹੁਤ ਸਾਰੇ ਪਟੀਸ਼ਨਸ ਵੀ ਫਾਈਲ ਹੋ ਰਹੇ ਨੇ ਔਰ ਕਈਆਂ ਦੀਆਂ ਫਾਈਲਸ ਜਿਹੜੀਆਂ ਸਾਲ 2-2 ਸਾਲ ਹੋ ਗਏ ਨੇ ਲੱਗੀਆਂ ਨੂੰ, ਔਰ ਉਹਨਾਂ ਤੇ ਕਿਸੇ ਵੀ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਔਰ ਕਈਆਂ ਦੇ ਮੈਡੀਕਲ ਵੀ ਹੋ ਕੇ ਐਕਸਪਾਇਰ ਹੋ ਚੁੱਕੇ ਨੇ। ਸੋ ਸਪਾਊਸ ਵੀਜ਼ਾ ਨੂੰ ਲੈ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਕਿਉਂ ਦੇਰੀ ਹੋ ਰਹੀ ਹੈ ਔਰ ਕਦੋਂ ਤੱਕ ਹਾਲਾਤ ਜਿਹੜੇ ਨੇ ਉਹ ਸੁਧਰਨਗੇ? ਕਈ ਚੀਜ਼ਾਂ ਨੇ, ਕਈ ਫੈਕਟਰ ਨੇ ਜਿਹੜੇ ਸਪਾਊਜ਼ਲ ਨੂੰ ਲੈ ਕੇ ਦੇਰੀ ਹੋ ਰਹੀ ਹੈ। ਵੈਸੇ ਤਾਂ ਜਿਹੜਾ ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਪ੍ਰੋਸੀਜਰ ਹੈ, ਬੇਸਿਕਲੀ that is based on spirit behind the immigration is ਕਿ ਫੈਮਿਲੀ ਯੂਨੀਫਿਕੇਸ਼ਨ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਬਟ ਕਈ ਵਾਰੀ ਕੀ ਹੁੰਦਾ, ਤੁਹਾਡੀ ਐਪਲੀਕੇਸ਼ਨ ਦੇ ਵਿੱਚ ਵੀ ਫਲॉज ਰਹਿ ਜਾਂਦੇ, ਕੋਈ ਕਮੀਆਂ ਰਹਿ ਜਾਂਦੀਆਂ ਨੇ, ਉਸ ਕਰਕੇ ਵੀ ਤੁਹਾਡੀ ਐਪਲੀਕੇਸ਼ਨਸ ਜਿਹੜੀ ਹੈ ਡਿਲੇ ਹੋ ਜਾਂਦੀ। ਕਈ ਵਾਰੀ ਕੀ ਹੈ ਵੀ ਕਿਸੇ ਦੀ ਸੈਕੰਡ ਮੈਰਿਜ ਆ, ਕਿਤੇ ਵੀਜ਼ਾ ਅਫਸਰ ਨੂੰ ਕੋਈ ਡਾਊਟ ਪੈ ਜਾਂਦਾ, ਉਹ ਵੀ ਇੱਕ ਫੈਕਟਰ ਨਾਲ ਇਫੈਕਟ ਕਰ। ਬਟ ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ, ਸੋ ਐਵਰੀਥਿੰਗ ਇਜ਼ ਬਲੇਮਡ ਔਨ ਕੋਵਿਡ ਐਜ਼ ਵੈਲ ਜੀ। ਹੁਣ ਕਈ ਵਾਰੀ ਕਈ ਇੱਦਾਂ ਦੇ ਕੇਸਿਸ ਨੇ ਵੀ ਬੰਦੇ, ਲੜਕਾ ਜਾਂ ਲੜਕੀ ਆ, ਉਹਨਾਂ ਨੇ ਇੱਥੇ ਪੀਆਰ ਲੈ ਕੇ ਆਪਣਾ ਸਪਾਊਜ਼ਲ ਇਮੀਗ੍ਰੇਸ਼ਨ ਲਗਾਤੀ, ਹੁਣ ਆਪ ਜਾ ਕੇ ਉੱਥੇ ਸਪਾਊਸ ਕੋਲ ਚਲੇ ਗਏ ਨੇ ਜੀ, ਬਿਲਕੁਲ। ਸੋ ਯੂ ਆਰ ਆਲਰੇਡੀ ਲਿਵਿੰਗ ਟੂਗੈਦਰ ਜੀ, ਤੋ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਪਹੁੰਚ ਹੀ ਜਾਂਦੀ ਜਦੋਂ ਤੁਸੀਂ ਫਲਾਈ ਬੈਕ ਕਰਦੇ ਹੋ। ਸੋ ਕਹਿੰਦੇ ਕੋਈ ਗੱਲ ਨਹੀਂ ਵੀ ਲੈਟ ਦੈਮ ਬੀ ਟੂਗੈਦਰ, ਜਦੋਂ ਹੋਏਗਾ ਚੀਜ਼ਾਂ ਥੋੜ੍ਹੀਆਂ ਜਿਹੀਆਂ ਹੋਰ ਈਜ਼ ਆਊਟ ਹੋ ਜਾਣਗੀਆਂ। ਸੋ ਦੈਨ ਦੇ ਟੇਕ ਲਿਟਲ ਲਿਬਰਟੀ ਐਜ਼ ਵੈਲ ਪ੍ਰੋਸੈਸਿੰਗ, ਕਿਉਂਕਿ ਬੇਸਿਕਲੀ ਦ ਕੀ ਇਜ਼ ਯੂ ਆਰ ਸਟੇਇੰਗ ਟੂਗੈਦਰ। ਇਫ ਯੂ ਆਰ ਨਾਟ ਦੇਅਰ ਦੈਨ ਯੂ ਕੈਨ ਸੇ ਕਿ ਭਾਈ ਮੈਨੂੰ ਤਾਂ ਹਾਰਡਸ਼ਿਪਸ ਹੋ ਰਹੀਆਂ, ਬਟ ਵੈਨ ਯੂ ਆਰ ਲਿਵਿੰਗ ਇਨ ਇੰਡੀਆ ਐਂਡ ਯੂ ਹੈਵ ਅਪਲਾਈਡ ਫॉर ਸਪਾਊਜ਼ਲ ਇਮੀਗ੍ਰੇਸ਼ਨ, ਫਿਰ ਥੋੜ੍ਹਾ ਜਿਹਾ ਟਾਈਮ ਲੱਗਾ, ਕਿਉਂਕਿ ਕੀ ਇਜ਼ ਟੂ ਸਟੇ ਟੂਗੈਦਰ ਜੀ। ਜਿਵੇਂ ਤੁਸੀਂ ਦੱਸਿਆ ਕਿ ਅਗਰ ਤੁਸੀਂ ਆਲਰੇਡੀ ਇਕੱਠੇ ਰਹਿ ਰਹੇ ਹੋ, ਚਾਹੇ ਇੱਥੇ ਚਾਹੇ ਬੈਕ ਹੋਮ, ਕਿਤੇ ਨਾ ਕਿਤੇ ਤੁਹਾਡੀ ਫਾਈਲ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਜੀ। ਅਗਰ ਕਿਸੇ ਨੇ ਇੱਥੇ ਜਿਹੜਾ ਸਪਾਊਜ਼ਲ ਵੀਜ਼ਾ ਅਪਲਾਈ ਕੀਤਾ ਹੈ ਪਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਟਾਈਮ ਜਿਹੜਾ ਯੂਜੂਅਲ ਤੋਂ ਜ਼ਿਆਦਾ ਲੱਗ ਰਿਹਾ ਹੈ, ਤੇ ਕਿਉਂ ਨਾ ਵਾਪਸ ਜਾਇਆ ਜਾਵੇ ਔਰ 1-2 ਮਹੀਨੇ ਸਪੈਂਡ ਕਰਕੇ ਫਿਰ ਵਾਪਸ ਆ ਜਾਇਆ ਜਾਵੇ, ਫਿਰ ਤੁਹਾਨੂੰ ਲੱਗਦਾ ਕਿ ਉਹ ਜਿਹੜਾ ਡਿਸੀਜਨ ਹੈ ਉਹ ਕਿਤੇ ਨਾ ਕਿਤੇ ਤੁਹਾਡੀ ਗੱਲ ਤੋਂ ਬਾਅਦ ਕਿ ਉਹ ਕਿਤੇ ਨਾ ਕਿਤੇ ਰੋਂਗ ਡਿਸੀਜਨ ਹੈ, ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕੈਨੇਡਾ 'ਚ ਰਹਿ ਕੇ? ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਇੰਨੀ ਚੀਜ਼ ਇਫੈਕਟ ਨਹੀਂ ਕਰੇਗੀ, ਕਿਉਂਕਿ ਉਹਨਾਂ ਨੂੰ ਜੇ ਉਹਨਾਂ ਨੇ ਡਿਲੇ ਹੋ ਰਹੀ ਉਹਨਾਂ ਨੂੰ, ਬਿਕੋਜ਼ ਦ ਅਦਰ ਸਪਾਊਸ ਨੀਡ ਟੂ ਗੈਟ ਅ ਵਰਕ ਪਰਮਿਟ ਐਜ਼ ਵੈਲ ਜੀ, ਜਿਹੜਾ ਐਕੰਪਟਿੰਗ ਸਪਾਊਸ ਆ ਜਿਹਦੀ ਪੀਆਰ, ਕਿਉਂਕਿ ਉਹਨਾਂ ਨੂੰ ਜ਼ਰੂਰਤ ਆ ਉਹ ਇੱਥੇ ਅਗਰ ਰਹਿ ਰਹੇ। ਸੋ ਜੇ ਤੁਸੀਂ ਉਹ ਤੁਹਾਡੀ ਕੈਟੇਗਰੀ ਚੇਂਜ ਹੋ ਜਾਂਦੀ ਹੈ ਐਪਲੀਕੇਸ਼ਨ ਦੀ, ਬਿਕੋਜ਼ ਵਨ ਇਜ਼ ਇਨਸਾਈਡ ਕੈਨੇਡਾ ਸਪਾਊਸ ਐਪਲੀਕੇਸ਼ਨ, ਵਨ ਇਜ਼ ਆਊਟਸਾਈਡ ਕੈਨੇਡਾ ਐਪਲੀਕੇਸ਼ਨ। ਸੋ ਇਫ ਯੂ ਆਰ ਗੋਇੰਗ ਆਊਟ then you have to apply inform the immigration department as well ਕਿ ਉਹ ਫਿਰ ਸਾਰੀਆਂ ਚੇਂਜ you need to inform them। so better ਆ ਵੀ ਉਹ ਆਪਣਾ ਸਟੇਟਸ ਜਿਹੜਾ ਵਾ ਪ੍ਰੋਪਰ ਸਟੇਟਸ ਲੈ ਕੇ ਫਿਰ ਹੀ ਜਾਣ, until and unless ਕੰਪਲਸ਼ਨ ਆ ਕੋਈ ਜੀ। ਫੈਮਿਲੀ ਰੀਯੂਨੀਫਿਕੇਸ਼ਨ ਦੀ ਅਸੀਂ ਗੱਲ ਕੀਤੀ ਹੈ ਕਿ ਜ਼ਿਆਦਾਤਰ ਕੋਸ਼ਿਸ਼ ਕੀਤੀ ਜਾਂਦੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਕਿ ਫੈਮਿਲੀਜ਼ ਨੂੰ ਟੁਗੈਦਰ ਰੱਖਿਆ ਜਾਵੇ। ਸਪਾਊਜ਼ਲ ਕੇਸ ਵੀ ਇੱਦਾਂ ਹੀ ਹੈ। ਕਈ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਜਿਵੇਂ ਹੁਣ ਅਸੀਂ ਗੱਲ ਕੀਤੀ ਵਿਜ਼ਟਰ ਵੀਜ਼ਾ ਦੀ, ਸੁਪਰ ਵੀਜ਼ਾ ਦੀ, ਜਿਹੜੇ ਨਵੇਂ ਪ੍ਰੋਸੈਸਿੰਗ ਨੂੰ 400 ਕੁਛ ਦਿਨ ਲੱਗ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵੈਕਸੀਨ ਪਾਸਪੋਰਟ ਇਸ਼ੂ ਕੀਤੇ ਜਾ ਰਹੇ ਨੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵੈਕਸੀਨੇਸ਼ਨ ਤੋਂ ਬਾਅਦ, ਉਹਨਾਂ ਨੂੰ ਕੋਈ ਪ੍ਰਾਇੋਰਟੀ ਦਿੱਤੀ ਜਾਏਗੀ ਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਹੋ ਗਈ ਹੈ ਐਟਲੀਸਟ ਉਹ ਤਾਂ ਆ ਸਕਦੇ ਨੇ? ਦੈਟਸ ਅ ਮੈਡੀਕਲ ਕੁਐਸਚਨ, ਬਟ ਜਸਟ ਟੂ ਗਿਵ ਯੂ ਹੈਡਸ ਅਪ, ਆਈ know personally some people ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੀ ਵੀ ਹੈ ਤੇ and then still they got the COVID ਜੀ। so as such there's no such update ਕਿ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੀ ਹੈ ਉਹਨਾਂ ਨੂੰ ਪ੍ਰੈਫਰ ਕੀਤਾ ਜਾਏਗਾ ਜੀ। ਜੀ ਰਾਜੀਵ ਜੀ, ਅੱਜ ਦੇ ਐਪੀਸੋਡ ਦੇ ਅੰਤ 'ਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਮੈਂ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਸਟੂਡੈਂਟਸ ਜਾਂ ਵਿਜ਼ਟਰ ਵੀਜ਼ਾ ਰਿਲੇਟਡ ਜਾਂ ਸੁਪਰ ਵੀਜ਼ਾ ਦੇ ਰਿਲੇਟਡ ਕਿਸੇ ਨੂੰ ਵੀ ਕੋਈ ਆਪਣਾ ਕੁਐਰੀ ਹੈ, ਪਲੀਜ਼ ਗਿਵ ਅਸ ਅ ਕਾਲ at 905-696-8008। और ਉਸ ਤੋਂ ਇਲਾਵਾ just stay together and stay safe। That's about it। ਜੀ ਰਾਜੀਵ ਜੀ, ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਾਡੇ ਦਰਸ਼ਕਾਂ ਦੇ ਲਈ ਲਾਹੇਵੰਦ ਹੋਵੇਗੀ। ਅਗਲੇ ਹਫਤੇ ਅਸੀਂ ਗੱਲਬਾਤ ਕਰਾਂਗੇ ਨੈਨੀ ਪ੍ਰੋਗਰਾਮ ਤੇ ਕੇਅਰ ਗਿਵਰ ਪ੍ਰੋਗਰਾਮ ਬਾਰੇ। ਜੇ ਤੁਹਾਡੇ ਮਨ 'ਚ ਵੀ ਕੋਈ ਸਵਾਲ ਨੇ ਇਹਨਾਂ ਦੋਨਾਂ ਪ੍ਰੋਗਰਾਮਸ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਡਾਇਰੈਕਟ ਮੈਸੇਜ ਕਰਕੇ ਪੁੱਛ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਇਸ ਨੂੰ ਹਿੱਸਾ ਬਣਾਉਣ ਦੀ। ਮਿਲਦੇ ਹਾਂ ਅਗਲੇ ਹਫਤੇ, ਉਦੋਂ ਤੱਕ ਲਈ ਧੰਨਵਾਦ।